ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਨ ਪਿੱਤਰ ਸ਼ਬਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਸ਼੍ਰੋਮਣੀ ਭਗਤ ਧੰਨ ਕਬੀਰ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਨ ਪਿੱਤਰ ਸ਼ਬਦ ਬਸੰਤ ਰਾਗ ਅੰਦਰ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1194 ਉੱਤੇ ਅੰਕਿਤ ਹੈ। ਪਾਨ ਪਿੱਤਰ ਸ਼ਬਦ ਵਿੱਚ ਧੰਨ ਕਬੀਰ ਸਾਹਿਬ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਕਬੀਰ ਸਾਹਿਬ ਜੀ ਨੇ ਇਸ ਪਾਨ ਪਿੱਤਰ ਸ਼ਬਦ ਵਿੱਚ ਭਗਤ ਪ੍ਰਹਲਾਦ ਜੀ ਦੀ ਸੋਭਾ ਵਡਿਆਈ ਨੂੰ ਬਿਆਨ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਆਪ ਸਤ ਸੰਗਤਾਂ ਇਸ ਗੱਲ ਤੋਂ ਜਾਣੂ ਹੋ ਕਿ ਪ੍ਰਹਲਾਦ ਭਗਤ ਜੀ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਪਿਤਾ ਹਰਨਾਕਸ਼ ਨੇ ਪ੍ਰਹਲਾਦ ਭਗਤ ਉੱਤੇ ਅਤਿਆਚਾਰ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਸੋ ਪ੍ਰਹਲਾਦ ਭਗਤ ਦੇ ਪਿਤਾ ਹਰਨਾਕਸ਼, ਜਿਸ ਨੇ ਬ੍ਰਹਮਾ ਦੀ ਭਗਤੀ ਕਰਕੇ ਆਰਾਧਨਾ ਕਰਕੇ ਉਹਨਾਂ ਪਾਸੋਂ ਕਈ ਪ੍ਰਕਾਰ ਦੇ ਵਰਦਾਨ ਪ੍ਰਾਪਤ ਕੀਤੇ ਸਨ ਕਿ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ ਮਰਾਂ, ਨਾ ਮੈਨੂੰ ਕੋਈ ਤੇਜ਼ ਹਥਿਆਰ ਮਾਰ ਸਕੇ, ਨਾ ਮੈਂ ਆਦਮੀ ਤੋਂ ਮਰਾਂ ਨਾ ਕਿਸੇ ਜਾਨਵਰ ਤੋਂ ਮਰਾਂ। ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਵਰਦਾਨ ਸਨ ਹਰਨਾਕਸ਼ ਨੇ ਪ੍ਰਾਪਤ ਕੀਤੇ ਹੋਏ ਸਨ, ਜਿਸ ਕਰਕੇ ਉਹਨੂੰ ਮਾਣ ਹੰਕਾਰ ਹੋ ਗਿਆ ਕਿ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਹੈ ਮੈਨੂੰ ਮਾਰ ਨਹੀਂ ਸਕੇਗੀ। ਸੋ ਇਸ ਕਰਕੇ ਉਹਦੇ ਹੀ ਘਰ ਪ੍ਰਹਲਾਦ ਭਗਤ ਜੀ ਦਾ ਜਨਮ ਹੋਇਆ, ਜੋ ਆਪਣੇ ਪਿਤਾ ਹਰਨਾਕਸ਼ ਦਾ ਬਚਪਨ ਤੋਂ ਵਿਰੋਧੀ ਹੋ ਗਿਆ, ਕਿਉਂਕਿ ਜਿੱਥੇ ਹਰਨਾਕਸ਼ ਹੰਕਾਰ ਦੇ ਵਸ ਹੋਇਆ ਆਪਣਾ ਨਾਮ ਸੰਸਾਰ ਉੱਤੇ ਜੀਵਾ ਕੁਝ ਪਾਉਣਾ ਚਾਹੁੰਦਾ ਸੀ ਕਿ ਦੁਨੀਆ ਦੇ ਲੋਕ ਇਹ ਕਹਿਣ ਕਿ ਜਲ ਹਰਨਾਕਸ਼, ਥਲ ਹਰਨਾਕਸ਼, ਹਰ ਪਾਸੇ ਹਰਨਾਕਸ਼ ਹੀ ਸਮਾਇਆ ਹੋਇਆ ਹੈ। ਪਰ ਪ੍ਰਹਲਾਦ ਭਗਤ ਜੀ ਨੇ ਆ ਕੇ ਦੇਖਿਆ ਕਿ ਮੇਰਾ ਪਿਤਾ ਤੇ ਪਰਮਾਤਮਾ ਦੀ ਬਰਾਬਰਤਾ ਕਰਨ ਲੱਗ ਪਿਆ ਹੈ, ਦੁਨੀਆ ਦੇ ਲੋਕਾਂ ਨੂੰ ਆਪਣਾ ਨਾਮ ਜਪਾਉਣ ਲੱਗ ਪਿਆ ਹੈ। ਤੇ ਇਸ ਕਰਕੇ ਪ੍ਰਹਲਾਦ ਭਗਤ ਜੀ ਆਪਣੇ ਪਿਤਾ ਦੇ ਵਿਰੋਧਤਾ ਦੇ ਵਿੱਚ ਖੜੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਪਰਮਾਤਮਾ ਅਕਾਲ ਪੁਰਖ ਹੀ ਸਭ ਤੋਂ ਵੱਡਾ ਹੈ, ਜਿਸ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ, ਜਿਸ ਵਰਗਾ ਸੰਸਾਰ 'ਤੇ ਹੋਰ ਕੋਈ ਪੈਦਾ ਨਹੀਂ ਹੋ ਸਕਦਾ। ਇਸ ਕਰਕੇ ਉਹ ਪਰਮਾਤਮਾ ਜਿਹੜਾ ਹੈ ਮੇਰਾ ਹਰੀ ਅਕਾਲ ਪੁਰਖ, ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਸਾਰੇ ਥਾਵਾਂ 'ਤੇ ਉਹੀ ਸਮਾਇਆ ਹੋਇਆ ਹੈ। ਜਦੋਂ ਉਹਦੇ ਪਿਤਾ ਹਰਨਾਕਸ਼ ਨੇ ਇਹ ਗੱਲ ਸੁਣੀ ਤੇ ਹਰਨਾਕਸ਼ ਬੜਾ ਕ੍ਰੋਧ ਵਿੱਚ ਆਇਆ, ਹੰਕਾਰ ਵਿੱਚ ਆਇਆ ਕਿ ਜੇ ਮੇਰਾ ਹੀ ਪੁੱਤਰ ਮੇਰੇ ਉਲਟ ਹੋ ਗਿਆ, ਵਿਰੁੱਧ ਹੋ ਗਿਆ, ਤਾਂ ਹੋਰ ਕੋਈ ਦੁਨੀਆ ਦਾ ਜੀਵ ਮੇਰਾ ਨਾਮ ਨਹੀਂ ਲਵੇਗਾ। ਇਸ ਕਰਕੇ ਉਹਨੇ ਪ੍ਰਹਲਾਦ ਭਗਤ ਜੀ ਨੂੰ ਛੋਟੀ ਉਮਰ ਵਿੱਚ ਹੀ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਸੋ ਪ੍ਰਹਲਾਦ ਭਗਤ ਜੀ ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਨੂੰ ਉਹਦੇ ਪਿਤਾ ਹਰਨਾਕਸ਼ ਨੇ ਕਮਰੇ ਵਿੱਚ ਬੰਦ ਕਰਕੇ ਬਾਹਰ ਤਾਲਾ ਲਗਾ ਦਿੱਤਾ, ਕੋਈ ਭੋਜਨ ਆਦਿ ਛਕਣ ਵਾਸਤੇ ਨਹੀਂ ਦਿੱਤਾ। ਪਰ ਪਰਮਾਤਮਾ ਨੇ, ਉਸ ਅਕਾਲ ਪੁਰਖ ਨੇ ਪ੍ਰਹਲਾਦ ਭਗਤ ਦੀ ਕਮਰੇ ਦੇ ਵਿੱਚ ਵੀ ਰੱਖਿਆ ਕੀਤੀ। ਫਿਰ ਹਰਨਾਕਸ਼ ਨੇ ਆਪਣੀ ਭੈਣ ਹੋਲਕਾ ਨੂੰ ਬੁਲਾਇਆ ਕਿ ਉਸ ਨੂੰ ਵਰਦਾਨ ਹੈ ਕਿ ਉਹ ਦੁਪੱਟਾ ਲੈ ਕੇ ਚਿਖਾ ਵਿੱਚ ਬੈਠ ਜਾਵੇ ਤੇ ਉਸ ਨੂੰ ਅੱਗ ਨਹੀਂ ਸਾੜ ਸਕੇਗੀ। ਪਰ ਪ੍ਰਭੂ ਦੀ ਰਜ਼ਾ ਹੋਈ ਕਿ ਐਸਾ ਅਕਾਲ ਪੁਰਖ ਦਾ ਭਾਣਾ ਵਰਤਿਆ ਕਿ ਪ੍ਰਹਲਾਦ ਭਗਤ ਦੀ ਭੂਆ ਹੋਲਕਾ ਪ੍ਰਹਲਾਦ ਜੀ ਨੂੰ ਆਪਣੀ ਗੋਦ ਵਿੱਚ ਬੈਠ ਕੇ ਲੈ ਕੇ ਚਿਖਾ ਵਿੱਚ ਬੈਠ ਗਈ
ਤੇ ਉੱਪਰ ਉਹ ਦੁਪੱਟਾ ਲੈ ਲਿਆ। ਇੱਕ ਐਸਾ ਪਰਮਾਤਮਾ ਵੱਲੋਂ ਹਵਾ ਦਾ ਬੁੱਲਾ ਆਇਆ ਕਿ ਉਹ ਦੁਪੱਟਾ ਕੱਪੜੇ ਦਾ ਉੱਡ ਕੇ ਪ੍ਰਹਲਾਦ ਭਗਤ ਉੱਤੇ ਚਲਿਆ ਗਿਆ ਤੇ ਉਸ ਦੀ ਭੂਆ ਹੋਲਕਾ ਅੱਗ ਵਿੱਚ ਸੜ ਕੇ ਸਵਾਹ ਹੋ ਗਈ। ਸੋ ਜਿਸ ਤਰ੍ਹਾਂ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਖਾਇਆ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਕਿ ਪ੍ਰਹਲਾਦ ਭਗਤ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਪਰਮਾਤਮਾ ਨੇ ਨਰਸਿੰਘ ਦਾ ਰੂਪ ਧਾਰਨ ਕੀਤਾ ਤੇ ਹਰਨਾਕਸ ਦਾ ਨਾਸ਼ ਕੀਤਾ। ਜਦੋਂ ਹਰਨਾਕਸ ਨੇ ਥੰਮ ਗਰਮ ਕਰਕੇ ਪ੍ਰਹਲਾਦ ਭਗਤ ਜੀ ਨੂੰ, ਜੋ ਬਹੁਤ ਛੋਟੀ ਉਮਰ ਵਿੱਚ ਸਨ, ਉਹਨਾਂ ਨੂੰ ਥੰਮ ਨੂੰ, ਤਪਦੇ ਹੋਏ ਥੰਮ ਨੂੰ ਜੱਫਾ ਪਾਉਣ ਵਾਸਤੇ ਕਿਹਾ ਕਿ ਮੈਂ ਦੇਖਦਾ ਹਾਂ ਤੇਰਾ ਭਗਵਾਨ ਪਰਮਾਤਮਾ ਥੰਮ ਵਿੱਚੋਂ ਪ੍ਰਗਟ ਹੋ ਕੇ ਕਿਸ ਤਰ੍ਹਾਂ ਤੈਨੂੰ ਮੇਰੇ ਤੋਂ ਬਚਾਉਂਦਾ ਹੈ। ਸੋ ਜਿਸ ਤਰ੍ਹਾਂ ਪ੍ਰਹਲਾਦ ਭਗਤ ਦੇ ਉੱਤੇ ਉਹਦਾ ਪਿਤਾ ਹਰਨਾਕਸ ਜ਼ੁਲਮ ਢਾ ਰਿਹਾ ਹੈ, ਉਸ ਨੂੰ ਤਸੀਹੇ ਦੇ ਰਿਹਾ ਹੈ, ਉਸ ਨੂੰ ਲੈ ਕੇ ਭਗਤ ਕਬੀਰ ਸਾਹਿਬ ਜੀ ਨੇ ਪ੍ਰਹਲਾਦ ਭਗਤ ਦੀ ਵਡਿਆਈ ਨੂੰ ਬਿਆਨ ਕੀਤਾ ਹੈ ਇਸ ਸ਼ਬਦ ਵਿੱਚ। ਭਗਤ ਪ੍ਰਹਲਾਦ ਜੀ ਦੀ ਪਰਥਾਏ ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਫਰਮਾਨ ਕਰਦੇ ਹਨ, ਪ੍ਰਹਲਾਦ ਪਠਾਏ ਪੜ੍ਹਨ ਸਾਲ, ਕਿ ਛੋਟੀ ਉਮਰ ਵਿੱਚ ਪ੍ਰਹਲਾਦ ਭਗਤ ਦੇ ਪਿਤਾ ਜੀ ਨੇ, ਹਰਨਾਕਸ ਨੇ ਪ੍ਰਹਲਾਦ ਭਗਤ ਨੂੰ ਸਕੂਲ ਵਿੱਚ ਪੜ੍ਹਨ ਵਾਸਤੇ ਭੇਜਿਆ ਹੈ ਕਿ ਸਕੂਲ ਵਿੱਚ ਜਾ ਕੇ ਜਿੱਥੇ ਤੂੰ ਦੁਨਿਆਵੀ ਪੜ੍ਹਾਈ ਕਰਨੀ ਹੈ, ਉੱਥੇ ਆਪ ਵੀ ਤੇ ਹੋਰ ਬੱਚਿਆਂ ਨੂੰ ਵੀ ਮੇਰਾ ਨਾਮ ਜਪਾਉਣਾ ਹੈ। ਇਹ ਕਹਿਣਾ ਕਿ ਜਲ ਹਰਨਾਕਸ ਥਲ ਹਰਨਾਕਸ, ਸਾਰਿਆਂ ਨੂੰ ਮੇਰਾ ਨਾਮ ਜਪਾਉਣਾ ਹੈ। ਪਰ ਸਕੂਲ ਜਾ ਕੇ ਭਗਤ ਪ੍ਰਹਲਾਦ ਜੀ ਇਹ ਨਾਅਰਾ ਲਾਉਂਦੇ ਹਨ ਕਿ ਜਲ ਹਰੀ ਥਲ ਹਰੀ, ਹਰ ਪਾਸੇ ਮੇਰਾ ਹਰੀ ਅਕਾਲ ਪੁਰਖ ਹੀ ਸਮਾਇਆ ਹੋਇਆ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਪ੍ਰਹਲਾਦ ਪਠਾਏ ਪੜ੍ਹਨ ਸਾਲ, ਸੰਗ ਸਖਾ ਬਹੁ ਦੀਏ ਬਾਲ, ਕਿ ਪ੍ਰਹਲਾਦ ਭਗਤ ਜੀ ਨੂੰ ਉਹਦੇ ਪਿਤਾ ਹਰਨਾਕਸ ਨੇ ਸਕੂਲ ਧਰਮਸ਼ਾਲਾ ਵਿੱਚ ਪੜ੍ਹਨ ਵਾਸਤੇ ਭੇਜਿਆ ਹੈ। ਸੰਗ ਸਖਾ ਬੋਲੀਏ ਬਾਲ, ਤੇ ਪ੍ਰਹਲਾਦ ਭਗਤ ਜੀ ਹੋਰ ਵੀ ਸੰਗੀ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਪ੍ਰਮਾਤਮਾ ਦਾ ਨਾਮ ਆਪ ਜਪਦਾ ਹੈ, ਆਪਣੇ ਸੰਗੀ ਸਾਥੀਆਂ ਨੂੰ ਵੀ ਇਹ ਨਾਮ ਜਪਾ ਰਿਹਾ ਹੈ ਕਿ ਜਲ ਹਰੀ ਥਲ ਹਰੀ। ਪਰ ਪ੍ਰਹਲਾਦ ਭਗਤ ਦੇ ਉਸਤਾਦ ਦੋ ਸਕੇ ਭਰਾ ਸੰਡਾ ਤੇ ਮਰਕਾ, ਜੋ ਪ੍ਰਹਲਾਦ ਭਗਤ ਜੀ ਨੂੰ ਵਿਦਿਆ ਪੜ੍ਹਾਉਂਦੇ ਸਨ, ਉਹ ਉਸ ਨੂੰ ਡਾਂਟ ਰਹੇ ਹਨ ਕਿ ਤੇਰੇ ਪਿਤਾ ਨੇ ਤੇ ਤੈਨੂੰ ਆਪਣਾ ਨਾਮ ਜਪਾਉਣ ਵਾਸਤੇ ਕਿਹਾ ਸੀ, ਪਰ ਉਸ ਦੇ ਉਲਟ ਹੋ ਕੇ, ਵਿਰੁੱਧ ਹੋ ਕੇ ਤੂੰ ਹਰੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ। ਅੱਗੇ ਪ੍ਰਹਲਾਦ ਭਗਤ ਜੀ ਕਹਿੰਦੇ ਹਨ, ਮੋਕੋ ਕਹਾਂ ਪੜਾ ਉਸ ਆਲ ਜਾਲ, ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਹੋਰ ਕਿਸੇ ਕਿਸਮ ਦੀ ਦੁਨਿਆਵੀ ਪੜ੍ਹਾਈ ਨਹੀਂ ਕਰਨੀ, ਹੋਰ ਕੋਈ ਮੈਨੂੰ ਇੱਧਰ ਉੱਧਰ ਦੀ ਪੜ੍ਹਾਈ ਪੜ੍ਹਾਉਣ ਦਾ ਯਤਨ ਨਾ ਕਰੇ। ਮੋਕੋ ਕਹਾਂ ਪੜਾ ਉਸ ਆਲ ਜਾਲ, ਹੋਰ ਸੰਸਾਰਕ ਜਾਲਾਂ ਵਿੱਚ ਫਸਣ ਵਾਲੀ ਪੜ੍ਹਾਈ ਜਿਹੜੀ ਹੈ ਉਹ ਮੈਂ ਨਹੀਂ ਕਰਨੀ, ਮੈਂ ਤੇ ਪ੍ਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਹੈ। ਇਹੋ ਕਹਿਣਾ ਕਿ ਜਲ ਹਰੀ ਤੇ ਥਲ ਹਰੀ, ਹਰ ਪਾਸੇ ਮੇਰਾ ਹਰੀ ਪ੍ਰਮਾਤਮਾ ਸਮਾਇਆ ਹੋਇਆ ਹੈ। ਬਾਰ-ਬਾਰ ਉਹਦੇ ਉਸਤਾਦ ਸੰਡਾ ਤੇ ਮਰਕਾ ਉਸ ਨੂੰ ਉਸਦੇ ਪਿਤਾ ਦਾ ਨਾਮ ਲੈਣ ਵਾਸਤੇ ਕਹਿੰਦੇ ਹਨ ਕਿ ਤੂੰ ਜਲ ਹਰਨਾਕਸ ਤੇ ਥਲ ਹਰਨਾਕਸ ਕਹਿ। ਅੱਗਿਓਂ ਪ੍ਰਹਲਾਦ ਭਗਤ ਜੀ ਕਹਿੰਦੇ ਹਨ, ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ, ਕਿ ਮਾਸਟਰ ਜੀ ਮੇਰੀ ਫੱਟੀ ਉੱਤੇ ਮੇਰੇ ਭਗਵਾਨ ਪ੍ਰਭੂ ਦਾ ਨਾਮ ਲਿਖ ਦਿਓ, ਗੋਪਾਲ ਦਾ ਨਾਮ ਲਿਖ ਦਿਓ, ਅਤੇ ਮੈਂ ਉਸ ਪ੍ਰਮਾਤਮਾ ਦਾ ਨਾਮ ਨਹੀਂ ਕਦੀ ਛੱਡ ਸਕਦਾ। ਮੈਂ ਹਰ ਸਮੇਂ ਹਰ ਵੇਲੇ ਧੰਨ ਗੋਪਾਲ ਧੰਨ ਹਰੀ ਜਲ ਹਰੀ ਥਲ ਹਰੀ ਹੀ ਕਹਿਣਾ ਹੈ। ਨਹੀਂ ਛੋਡੂ ਰੇ ਬਾਬਾ ਰਾਮ ਰਾਮ। ਤੇ ਧੰਨ ਪ੍ਰਹਲਾਦ ਭਗਤ ਜੀ ਕਹਿੰਦੇ ਹਨ ਕਿ ਭਾਈ
ਮੈਂ ਆਪਣੇ ਰਾਮ ਦਾ, ਪ੍ਰਭੂ ਦਾ ਨਾਮ ਕਦੀ ਨਹੀਂ ਛੱਡਾਂਗਾ। ਮੋਰੋ ਔਰ ਪਣਸੋ ਨਹੀਂ ਕਾਮ, ਕਿ ਮੇਰੇ ਭਗਵਾਨ ਪ੍ਰਭੂ ਦੀ ਪੜ੍ਹਾਈ ਤੋਂ ਬਿਨਾਂ ਮੇਰਾ ਹੋਰ ਕਿਸੇ ਪੜ੍ਹਾਈ ਦੇ ਨਾਲ ਸੰਬੰਧ ਨਹੀਂ ਹੈ। ਹੋਰ ਕਿਸੇ ਕਿਸਮ ਦੀ ਪੜ੍ਹਾਈ ਤੋਂ ਮੇਰਾ ਕੋਈ ਲੈਣ ਦੇਣ ਨਹੀਂ ਹੈ। ਇਸ ਕਰਕੇ ਮੈਂ ਤੇ ਆਪਣੇ ਪ੍ਰਭੂ ਦੀ ਭਗਤੀ ਕਰਨੀ ਹੈ, ਉਹਦੇ ਨਾਮ ਦੀ ਪੜ੍ਹਾਈ ਕਰਨੀ ਹੈ। ਮੇਰੋ ਔਰ ਪਣਸੋ ਨਹੀਂ ਕਾਮ, ਪ੍ਰਮਾਤਮਾ ਦੀ ਭਗਤੀ ਸਿਮਰਨ ਤੋਂ ਬਿਨਾਂ ਮੇਰਾ ਹੋਰ ਕਿਸੇ ਪੜ੍ਹਾਈ ਨਾਲ ਕੋਈ ਸੰਬੰਧ ਨਹੀਂ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਸੰਡੇ ਮਰ ਕੇ ਕਹਿਓ ਜਾਏ। ਪ੍ਰਹਲਾਦ ਭਗਤ ਜੀ ਦੇ ਉਸਤਾਦ ਸੰਡਾ ਤੇ ਮਰਕਾ ਜੋ ਦੋ ਮਾਸਟਰ ਸਨ, ਦੋਵਾਂ ਨੇ ਜਾ ਕੇ ਪ੍ਰਹਲਾਦ ਭਗਤ ਜੀ ਨੂੰ ਬੜਾ ਸਮਝਾਇਆ ਤੇ ਕਈ ਕਿਸਮ ਦੇ ਲਾਲਚ ਦਿੱਤੇ ਕਿ ਤੂੰ ਪਰਮਾਤਮਾ ਦਾ ਨਾਮ ਕਹਿਣਾ ਛੱਡ ਦੇ ਤੇ ਅਸੀਂ ਤੇ ਪਿਤਾ ਹਨਾਕਸ ਨੂੰ ਕਹਿ ਕੇ ਤੈਨੂੰ ਮੌਤ ਦੇ ਮੂੰਹ ਵਿੱਚ ਬਚਾ ਲਵਾਂਗੇ। ਸੰਡੇ ਮਰਕੇ ਕਹਿਓ ਜਾਏ। ਸੰਡੇ ਤੇ ਮਰਕੇ ਦੋਨਾਂ ਭਰਾਵਾਂ ਨੇ, ਮਾਸਟਰਾਂ ਨੇ ਪ੍ਰਹਲਾਦ ਭਗਤ ਜੀ ਨੂੰ ਬੜਾ ਸਮਝਾਇਆ। ਪ੍ਰਹਲਾਦ ਬੁਲਾਏ ਬੇਗ ਧਾਏ, ਤੇ ਪ੍ਰਹਲਾਦ ਭਗਤ ਨੂੰ ਕਿਹਾ ਕਿ ਤੂੰ ਦੌੜ ਕੇ ਆ। ਬੇਗ ਨੂੰ ਕਹਿੰਦੇ ਤੇਜ਼ ਦੌੜ ਕੇ ਆਉਣਾ। ਤੇ ਸੰਡਾ ਤੇ ਮਰਕਾ ਦੋਵੇਂ ਕਹਿਣ ਲੱਗੇ ਪ੍ਰਹਲਾਦ ਭਗਤ ਜੀ ਨੂੰ ਕਿ ਪ੍ਰਹਲਾਦ ਤੂੰ ਜਲਦੀ ਜਲਦੀ ਸਾਡੇ ਪਾਸ ਆ, ਦੌੜ ਕੇ ਆ, ਤਾਂ ਜੋ ਅਸੀਂ ਤੇਰੇ ਪਿਤਾ ਹਰਨਾਕਸ਼ ਨੂੰ ਕਹਿ ਕੇ ਤੇਰੀ ਸਜ਼ਾ ਮਾਫ ਕਰਾ ਦਈਏ। ਪ੍ਰਹਲਾਦ ਬੁਲਾਏ ਬੇਗ ਧਾਏ, ਤੂੰ ਰਾਮ ਕਹਿਣ ਕੀ ਛੋੜ ਬਾਨ। ਤੇ ਪ੍ਰਹਲਾਦ ਭਗਤ ਜੀ ਨੂੰ ਕਹਿਣ ਲੱਗੇ ਕਿ ਤੂੰ ਰਾਮ ਕਹਿਣਾ ਛੱਡ ਦੇ, ਪਰਮਾਤਮਾ ਦਾ ਨਾਮ ਲੈਣਾ ਛੱਡ ਦੇ, ਪ੍ਰਭੂ ਦੇ ਨਾਮ ਦੀ ਗੱਲ ਛੱਡ ਦੇ, ਤੇ ਫਿਰ ਅਸੀਂ ਤੇਰੇ ਪਿਤਾ ਨੂੰ ਕਹਿ ਕੇ ਤੇਰੀ ਜਾਨ ਜਿਹੜੀ ਹੈ ਬਖਸ਼ਾ ਦੇਵਾਂਗੇ। ਤੂੰ ਰਾਮ ਕਹਿਣ ਕੀ ਛੋੜ ਬਾਨ, ਤੂੰ ਰਾਮ ਕਹਿਣ ਦੀ ਗੱਲ ਛੱਡ ਦੇ, ਰਾਮ ਕਹਿਣਾ ਛੱਡ ਦੇ ਤੇ ਆਪਣੇ ਪਿਤਾ ਹਰਨਾਕਸ਼ ਦਾ ਨਾਂ ਲੈਣਾ ਸ਼ੁਰੂ ਕਰ ਦੇ। ਅਸੀਂ ਉਸ ਨੂੰ ਕਹਿ ਕੇ ਤੇਰੀ ਭੁੱਲ ਬਖਸ਼ਾ ਦੇਵਾਂਗੇ, ਤੇਰੀ ਜਾਨ ਬਖਸ਼ਾ ਦੇਵਾਂਗੇ। ਤੁਝ ਤੁਰੰਤ ਛੁਡਾਹੋ ਮੇਰੋ ਕਹਿਓ ਮਾਨ। ਤੇ ਸੰਡਾ ਤੇ ਮਰਕਾ ਦੋਵੇਂ ਕਹਿਣ ਲੱਗੇ ਪ੍ਰਹਲਾਦ ਤੂੰ ਰਾਮ ਕਹਿਣ ਦੀ ਗੱਲ ਛੱਡ ਦੇ, ਅਸੀਂ ਤੇਰੇ ਪਿਤਾ ਹਰਨਾਕਸ਼ ਨੂੰ ਕਹਿ ਕੇ ਤੁਰੰਤ ਉਸੇ ਵੇਲੇ ਹੀ ਸਿਪਾਹੀਆਂ ਤੋਂ ਤੈਨੂੰ ਛੁਡਾ ਲਵਾਂਗੇ। ਤੁਝ ਤੁਰੰਤ ਛੁਡਾਓ ਮੇਰੋ ਕਹਿਓ ਮਾਨ। ਤੇ ਸਾਡਾ ਕਹਿਆ ਮੰਨ ਤੇ ਆਪਣੇ ਪਿਤਾ ਦਾ ਹਰਨਾਕਸ਼ ਦਾ ਨਾਮ ਲੈਣਾ ਸ਼ੁਰੂ ਕਰ ਦੇ ਤੇ ਭਗਵਾਨ ਗੋਪਾਲ ਦਾ ਨਾਮ ਲੈਣਾ ਬੰਦ ਕਰ ਦੇ। ਮੋਕੋ ਕਹਾਂ ਸਤਾਵੋ ਬਾਰ-ਬਾਰ। ਪ੍ਰਹਲਾਦ ਭਗਤ ਜੀ ਕਹਿੰਦੇ ਹਨ ਕਿ ਹੇ ਭਾਈ ਕਿਉਂ ਮੈਨੂੰ ਬਾਰ-ਬਾਰ ਤੰਗ ਕਰਦੇ ਹੋ, ਪਰੇਸ਼ਾਨ ਕਰਦੇ ਹੋ, ਕਿਉਂ ਮੈਨੂੰ ਬਾਰ-ਬਾਰ ਸਤਾਉਂਦੇ ਹੋ, ਜਦੋਂ ਮੈਂ ਇੱਕ ਵਾਰ ਕਹਿ ਦਿੱਤਾ ਹੈ ਕਿ ਮੈਂ ਆਪਣੇ ਪ੍ਰਭੂ ਦਾ ਨਾਮ ਲੈਣਾ ਨਹੀਂ ਛੱਡਣਾ। ਭਾਵੇਂ ਮੈਨੂੰ ਮੌਤ ਆ ਜਾਵੇ, ਭਾਵੇਂ ਕਿਤਨੇ ਤਸੀਹੇ ਮਿਲਣ, ਮੈਂ ਆਪਣੇ ਰਾਮ ਪ੍ਰਭੂ ਦਾ ਨਾਮ ਨਹੀਂ ਛੱਡਾਂਗਾ। ਮੋਕੋ ਕਹਾਂ ਸਤਾਵੋ ਬਾਰ-ਬਾਰ, ਕਿਉਂ ਬਾਰ-ਬਾਰ ਮੈਨੂੰ ਮਜਬੂਰ ਕਰਦੇ ਹੋ, ਮੈਨੂੰ ਤੰਗ ਕਰਦੇ ਹੋ, ਮੈਨੂੰ ਦੁਖੀ ਕਰਦੇ ਹੋ। ਇਸ ਕਰਕੇ ਮੈਂ ਆਪਣੇ ਪ੍ਰਭੂ ਦਾ ਨਾਮ ਲੈਣਾ ਕਦੀ ਨਹੀਂ ਛੱਡਾਂਗਾ। ਪ੍ਰਭ ਜਲ ਥਲ ਗਿਰ ਕੀਏ ਪਹਾੜ। ਤੇ ਪ੍ਰਹਲਾਦ ਭਗਤ ਜੀ ਕਹਿੰਦੇ ਹਨ ਕਿ ਜਿਹੜਾ ਪ੍ਰਮਾਤਮਾ ਭਾਈ ਜਲ ਵਿੱਚ ਸਮਾਇਆ ਹੋਇਆ, ਥਲ ਵਿੱਚ, ਧਰਤੀ ਦੇ ਹਰ ਕਿਣਕੇ ਵਿੱਚ, ਉੱਚੇ ਉੱਚੇ ਪਹਾੜਾਂ ਵਿੱਚ, ਬਨਸਪਤੀ ਵਿੱਚ ਸਮਾਇਆ, ਸਰਵਵਿਆਪੀ ਹੋ ਕੇ ਰਮਿਆ ਹੋਇਆ ਹੈ, ਮੈਂ ਉਸ ਭਗਵਾਨ ਪ੍ਰਭੂ ਦਾ ਨਾਮ ਕਿਵੇਂ ਛੱਡ ਦੇਵਾਂ। ਮੋਕੋ ਕਹਾਂ ਸਤਾਵੋ ਬਾਰ-ਬਾਰ, ਕਿਉਂ ਬਾਰ-ਬਾਰ ਮੈਨੂੰ ਸਤਾਉਂਦੇ ਹੋ, ਦੁਖੀ ਕਰਦੇ ਹੋ ਭਾਈ। ਪ੍ਰਭ ਜਲ ਥਲ ਗਿਰ ਕੀਏ ਪਹਾੜ। ਗਿਰ ਪਹਾੜਾਂ ਨੂੰ ਕਹਿੰਦੇ ਹਨ ਕਿ ਜਿਸ ਪ੍ਰਭੂ ਨੇ ਇਹ ਧਰਤੀ ਪੈਦਾ ਕੀਤੀ ਹੈ, ਪਾਣੀ ਸਮੁੰਦਰ ਪੈਦਾ ਕੀਤਾ ਹੈ, ਉੱਚੇ ਉੱਚੇ ਪਹਾੜ ਪੈਦਾ ਕੀਤੇ ਹਨ ਜੋ ਪਾਣੀ ਵਿੱਚ, ਸਮੁੰਦਰ ਵਿੱਚ, ਧਰਤੀ ਦੇ ਹਰ ਕਿਣਕੇ ਵਿੱਚ, ਉੱਚੇ ਉੱਚੇ ਪਹਾੜਾਂ ਵਿੱਚ, ਬਨਸਪਤੀ ਵਿੱਚ ਸਮਾਇਆ ਹੋਇਆ ਹੈ। ਮੈਂ ਉਸ ਪ੍ਰਭੂ ਦਾ ਨਾਮ ਨਹੀਂ ਛੱਡ ਸਕਦਾ। ਜੇ ਮੈਂ ਉਹਦਾ ਨਾਮ ਛੱਡ ਦੇਵਾਂ ਤੇ ਮੈਂ ਉਸ ਦੇ ਕੋਲੋਂ ਬੇਮੁਖ ਹੋਵਾਂਗਾ, ਉਹਦਾ ਗੁਨਾਹਗਾਰ ਹੋਵਾਂਗਾ। ਇੱਕ ਰਾਮ ਨਾ ਛੋਡੋ ਗੁਰੇਗਾਰ। ਤੇ ਮੈਂ ਇੱਕ ਰਾਮ ਪ੍ਰਭੂ ਦਾ ਨਾਮ ਲੈਣਾ ਛੱਡ ਦਿੱਤਾ, ਆਪਣੇ ਪਿਤਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ, ਤੇ ਮੈਂ ਆਪਣੇ ਪਰਮਾਤਮਾ ਤੋਂ ਬੇਮੁਖ ਹੋ ਜਾਵਾਂਗਾ, ਉਹਦਾ ਗੁਨਾਹਗਾਰ ਹੋਵਾਂਗਾ, ਜਿਸ ਦਾ ਮੈਂ ਗੁਨਾਹਗਾਰ ਨਹੀਂ ਹੋਣਾ ਚਾਹੁੰਦਾ। ਭਾਵੇਂ ਮੇਰਾ ਪਿਤਾ ਮੈਨੂੰ ਮਾਰ ਦੇਵੇ, ਸਾੜ ਦੇਵੇ, ਜੋ ਮਰਜ਼ੀ ਮੈਨੂੰ ਸਜ਼ਾ ਦੇਵੇ, ਪਰ ਮੈਂ ਆਪਣੇ ਪਰਮਾਤਮਾ ਦਾ ਨਾਮ ਲੈਣਾ ਕਦੇ ਨਹੀਂ ਛੱਡਾਂਗਾ।
ਮੋਕੋ ਘਾਲ ਜਾਰ ਭਾਵੇਂ ਮਾਰ ਡਾਰ। ਕਿ ਹੇ ਉਸ ਸਮੇਂ ਪ੍ਰਹਲਾਦ ਭਗਤ ਜੀ ਕਹਿਣ ਲੱਗੇ ਹਨ, ਭਾਵੇਂ ਮੈਨੂੰ ਕੋਈ ਮਾਰ ਦੇਵੇ, ਸਾੜ ਦੇਵੇ, ਖਤਮ ਕਰ ਦੇਵੇ, ਮੈਂ ਆਪਣਾ ਪ੍ਰਭੂ ਦਾ ਨਾਮ ਲੈਣਾ ਕਦੀ ਨਹੀਂ ਤਿਆਗਾਂਗਾ। ਮੋਕੋ ਘਾਲ ਜਾਰ ਭਾਵੇਂ ਮਾਰ ਡਾਰ, ਭਾਵੇਂ ਮੈਨੂੰ ਮਾਰ ਦਿਓ, ਭਾਵੇਂ ਅੱਗ ਵਿੱਚ ਸਾੜ ਦਿਓ, ਮੈਂ ਆਪਣੇ ਪ੍ਰਭੂ ਦਾ ਨਾਮ ਲੈਣਾ ਕਦੀ ਨਹੀਂ ਛੱਡਾਂਗਾ। ਇਹ ਸੁਣ ਕੇ ਹਰਨਾਕਸ਼ ਨੇ ਮਿਆਨ ਦੇ ਵਿੱਚੋਂ ਤਲਵਾਰ ਕੱਢੀ, ਕਾੜ ਖੜਗ ਕੋਪਿਓ ਰਸਾਏ, ਤੇ ਬੜੇ ਕ੍ਰੋਧ ਵਿੱਚ ਆਇਆ। ਉੱਚੀ ਤਲਵਾਰ ਚੁੱਕ ਕੇ ਕਹਿਣ ਲੱਗਾ ਕਿ ਮੈਂ ਦੇਖਦਾ ਹਾਂ ਕਿ ਤੇਰਾ ਭਗਵਾਨ, ਤੇਰਾ ਉਹ ਪ੍ਰਭੂ ਮੇਰੇ ਕੋ ਤੈਨੂੰ ਕਿਸ ਤਰ੍ਹਾਂ ਬਚਾਉਂਦਾ ਹੈ। ਕਾੜ ਖੜਗ ਕੋਪਿਓ ਰਸਾਏ, ਬੜੇ ਕ੍ਰੋਧ ਵਿੱਚ ਤੇ ਗੁੱਸੇ ਵਿੱਚ ਉੱਚੀ ਆਵਾਜ਼ ਵਿੱਚ ਕੜਕ ਕੇ ਹਰਨਾਕਸ਼ ਬੋਲਿਆ ਤੇ ਤਲਵਾਰ ਉੱਚੀ ਕਰਕੇ ਪ੍ਰਹਲਾਦ ਭਗਤ ਨੂੰ ਡਰਾਉਣ ਲੱਗਾ ਕਿ ਜੇ ਤੂੰ ਅਜੇ ਵੀ ਮੇਰੀ ਗੱਲ ਨਾ ਮੰਨੀ, ਮੇਰਾ ਨਾਮ ਲੈਣਾ ਨਾ ਸ਼ੁਰੂ ਕੀਤਾ, ਤੇ ਮੈਂ ਤੈਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ। ਤੁਝ ਰਾਖਣ ਹਾਰੋ ਮੋਹਿ ਬਤਾਏ, ਕਾੜਕ ਖੜਕ ਕੋਪਿਓ ਰਸਾਏ, ਤੁਝ ਰਾਖਣ ਹਾਰੋ ਮੋਹਿ ਬਤਾਏ। ਕਿ ਪ੍ਰਹਲਾਦ ਮੈਨੂੰ ਦੱਸ, ਤੇਰੀ ਰੱਖਿਆ ਕਰਨ ਵਾਲਾ ਤੇਰਾ ਭਗਵਾਨ ਕਿੱਥੇ ਹੈ, ਜੋ ਅੱਜ ਮੇਰੇ ਵਾਰ ਤੋਂ ਤੈਨੂੰ ਬਚਾ ਸਕੇ। ਹੁਣੇ ਹੀ ਮੈਂ ਤੇਰੀ ਧੌਣ ਉੱਤੇ ਤਲਵਾਰ ਦਾ ਵਾਰ ਕਰਾਂਗਾ ਤੇ ਤੇਰੀ ਧੌਣ ਸਿਰ ਜਿਹੜਾ ਹੈ ਗਰਦਨ ਸਰੀਰ ਤੋਂ ਵੱਖਰੀ ਕਰ ਦੇਵਾਂਗਾ। ਤੁਝ ਰਾਖੋਂ ਹਾਰੋਂ ਮੋਹਿ ਬਤਾਏ, ਦੱਸ ਤੇਰਾ ਭਗਵਾਨ ਕਿੱਥੇ ਹੈ ਜੋ ਮੇਰੇ ਹੱਥੋਂ ਤੈਨੂੰ ਅੱਜ ਬਚਾ ਸਕੇ। ਉਸੇ ਵੇਲੇ ਤਪਦੇ ਹੋਏ ਥੰਮ ਦੇ ਵਿੱਚੋਂ ਨਰਸਿੰਘ ਦਾ ਰੂਪ ਧਾਰਨ ਕਰਕੇ ਪ੍ਰਭੂ ਪ੍ਰਗਟ ਹੋਏ। ਪ੍ਰਭ ਥੰਮ ਤੇ ਨਿਕਸੇ ਕਹਿ ਵਿਸਥਾਰ, ਤੇ ਪ੍ਰਮਾਤਮਾ ਜਿਹੜਾ ਭਾਈ ਆਪਣੇ ਪ੍ਰਹਲਾਦ ਭਗਤ ਦੀ ਰੱਖਿਆ ਕਰਨ ਵਾਸਤੇ ਤਪਦੇ ਹੋਏ ਥੰਮ ਵਿੱਚੋਂ ਨਰਸਿੰਘ ਦਾ ਰੂਪ ਧਾਰਨ ਕਰਕੇ ਪ੍ਰਗਟ ਹੋ ਕੇ ਬਾਹਰ ਆ ਗਏ। ਤੇ ਫਿਰ ਉਹਨਾਂ ਨੇ ਹਰਨਾਕਸ਼ ਦੁਸ਼ਟ ਨੂੰ ਆਪਣੇ ਪੱਟਾਂ ਉੱਤੇ ਪਾ ਕੇ ਲੰਮਾ ਤੇ ਆਪਣੇ ਤਿੱਖੇ ਨਹੁੰਆਂ ਦੇ ਨਾਲ ਹਰਨਾਕਸ਼ ਦੀ ਛਾਤੀ ਜਿਹੜੀ ਉਹ ਦਫਾੜ ਕਰ ਦਿੱਤੀ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਉਤਰਾਇਆ, ਤੇ ਉਸ ਦਿਨ ਹਰਨਾਕਸ਼ ਦੁਸ਼ਟ ਦਾ ਨਾਸ਼ ਕਰਕੇ ਆਪਣੇ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ। ਹਰਨਾਕਸ਼ ਛੇਦਿਓ ਨੱਖ ਬਦਾਰ, ਤੇ ਭਗਵਾਨ ਨੇ ਆਪਣੇ ਤਿੱਖੇ ਨਹੁੰਆਂ ਦੇ ਨਾਲ ਹਰਨਾਕਸ਼ ਨੂੰ ਆਪਣੇ ਪੱਟਾਂ ਉੱਤੇ ਰੱਖ ਕੇ ਉਹਦੀ ਛਾਤੀ ਦਫਾੜ ਕਰ ਦਿੱਤੀ, ਉਸ ਨੂੰ ਚੀਰ ਦਿੱਤਾ। ਕੋਈ ਪਰਮ ਪੁਰਖ ਦੇ ਵਿਆਦ ਦੇਵ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਉਹ ਅਕਾਲ ਪੁਰਖ ਸਾਰੇ ਦੇਵਤਿਆਂ ਦਾ ਮਹਾਨ ਦੇਵਤਾ, ਸਭ ਤੋਂ ਪਰਮ ਮਹਾਨ ਸ਼ਕਤੀ ਦਾ ਮਾਲਕ ਹੈ, ਜਿਸ ਦੇ ਅੱਗੇ ਬੜੇ ਬੜੇ ਬਾਦਸ਼ਾਹ, ਰਾਜੇ ਤੇ ਹੋਰ ਦੁਨੀਆ ਦੇ ਲੋਕ ਝੁਕਦੇ ਹਨ। ਉਹ ਅਕਾਲ ਪੁਰਖ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਉਹਦੇ ਵਰਗਾ ਸੰਸਾਰ 'ਤੇ ਕੋਈ ਹੋਰ ਨਹੀਂ ਹੋ ਸਕਦਾ ਜੋ ਉਹਦੀ ਕੋਈ ਰੀਸ ਕਰ ਸਕਦਾ ਹੋਵੇ। ਇਸ ਕਰਕੇ ਉਹ ਸਭ ਤੋਂ ਮਹਾਨ ਸ਼ਕਤੀ ਦਾ ਮਾਲਕ, ਪਰਮ ਪੁਰਖ ਤੇ ਦੇਵਤਿਆਂ ਦਾ ਮਹਾਨ ਦੇਵਤਾ ਹੈ। ਭਗਤ ਹੇਤ ਨਰਸਿੰਘ ਭੇਵ, ਜਿਸ ਨੇ ਆਪਣੇ ਭਗਤ ਪ੍ਰਹਲਾਦ ਦੀ ਰੱਖਿਆ ਵਾਸਤੇ ਨਰਸਿੰਘ ਦਾ ਰੂਪ ਧਾਰਨ ਕੀਤਾ, ਤੇ ਹਰਨਾਕਸ਼ ਦੁਸ਼ਟ ਪਾਪੀ ਦਾ ਜਿਹੜਾ ਸਰੀਰ ਹੈ ਤਿੱਖੇ ਨਹੁੰਆਂ ਦੇ ਨਾਲ ਸ਼ਰਣੀ ਕਰ ਦਿੱਤਾ। ਉਹਦੇ ਸਰੀਰ ਦੀ ਛਾਤੀ ਨੂੰ ਪਾੜ ਕੇ ਹਰਨਾਕਸ਼ ਦੁਸ਼ਟ ਦਾ ਨਾਸ਼ ਕੀਤਾ। ਕਹੋ ਕਬੀਰ ਕੋ ਲਖੇ ਨਾ ਪਾਰ। ਤੋ ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਉਪਦੇਸ਼ ਕਰਦੇ ਹਨ ਕਿ ਉਹ ਪ੍ਰਮਾਤਮਾ ਭਗਤ ਹੇਤ ਨਰਸਿੰਘ ਭੇਵ, ਜਿਸ ਨੇ ਭਗਤ ਦੀ ਰੱਖਿਆ ਵਾਸਤੇ ਨਰਸਿੰਘ ਦਾ ਰੂਪ ਧਾਰਨ ਕਰਕੇ ਥੰਮ ਵਿੱਚੋਂ ਪ੍ਰਗਟ ਹੋਏ। ਕਹਿ ਕਬੀਰ ਕੋ ਲਖੇ ਨਾ ਪਾਰ, ਤੇ ਧੰਨ ਕਬੀਰ ਸਾਹਿਬ ਕਹਿੰਦੇ ਉਹ ਮੇਰਾ ਭਗਵਾਨ ਪ੍ਰਮਾਤਮਾ ਜੋ ਨਰਸਿੰਘ ਦਾ ਰੂਪ ਧਾਰਨ ਕਰਕੇ ਆਏ, ਉਹ ਲਖੇ ਨਹੀਂ ਜਾ ਸਕਦੇ। ਉਹਨਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਕਥਨ ਤੋਂ ਬਾਹਰੀ ਹੈ, ਜੋ ਪਰੇ ਤੋਂ ਪਰੇ ਹੈ, ਜਿਨ੍ਹਾਂ ਦਾ ਉਰਲਾ ਪਾਸਾ ਪਰਲਾ ਪਾਸਾ ਨਜ਼ਰ ਨਹੀਂ ਆਉਂਦਾ ਕਿ ਪ੍ਰਮਾਤਮਾ ਕਿਤਨਾ ਵੱਡਾ ਹੈ। ਕਹਿ ਕਬੀਰ ਕੋ ਲਖੇ ਨਾ ਪਾਰ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਜੋ ਪਰੇ ਤੋਂ ਪਰੇ ਹੈ। ਪ੍ਰਹਲਾਦ ਉਧਾਰੇ ਅਨਕ ਬਾਰ, ਜਿਸ ਪ੍ਰਭੂ ਨੇ ਪ੍ਰਹਲਾਦ ਭਗਤ ਦੀ ਇੱਕ ਵਾਰ ਨਹੀਂ ਅਨੇਕਾਂ ਵਾਰ ਰੱਖਿਆ ਕੀਤੀ। ਕਮਰੇ ਵਿੱਚ ਬੰਦ ਪ੍ਰਹਲਾਦ ਭਗਤ ਜੀ ਨੂੰ ਭੋਜਨ ਛਕਾਉਂਦੇ ਰਹੇ। ਉਹਦੀ ਭੂਆ ਜਦੋਂ ਚਿਖਾ ਵਿੱਚ ਲੈ ਕੇ ਬੈਠ ਗਈ, ਉਹ ਸੜ ਕੇ ਸੁਆਹ ਹੋ ਗਈ, ਤੇ ਪ੍ਰਭੂ ਨੇ ਪ੍ਰਹਲਾਦ ਭਗਤ ਨੂੰ ਅੱਗ ਦੇ ਵਿੱਚੋਂ ਵਾਲ ਬਚਾ ਲਿਆ। ਤਪਦੇ ਹੋਏ ਥੰਮ ਵਿੱਚੋਂ ਬਚਾ ਕੇ ਭਗਤ ਪ੍ਰਹਲਾਦ ਜੀ ਦੀ ਰੱਖਿਆ ਕੀਤੀ। ਪ੍ਰਹਲਾਦ ਉਧਾਰੇ ਅਨਕ ਬਾਰ,
ਤੇ ਕਬੀਰ ਸਾਹਿਬ ਜੀ ਕਹਿੰਦੇ ਹਨ, ਅਨੇਕਾਂ ਵਾਰ ਮੇਰੇ ਭਗਵਾਨ ਪ੍ਰਭੂ ਨੇ ਭਗਤ ਪ੍ਰਹਲਾਦ ਜੀ ਦੀ ਰੱਖਿਆ ਕੀਤੀ। ਇਸ ਤਰ੍ਹਾਂ ਧੰਨ ਕਬੀਰ ਸਾਹਿਬ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਆਪਣੀ ਬਾਣੀ ਵਿੱਚ ਪ੍ਰਹਲਾਦ ਭਗਤ ਦੀ ਸੋਭਾ ਤੇ ਵਡਿਆਈ ਨੂੰ ਬਿਆਨ ਕਰਦੇ ਹੋਏ ਉਪਦੇਸ਼ ਕਰਦੇ ਹਨ ਕਿ ਹਰਨਾਕਸ਼ ਦੁਸ਼ਟ ਦਾ ਨਾਸ਼ ਕਰਕੇ ਪ੍ਰਭੂ ਨੇ ਆਪਣੇ ਭਗਤ ਪ੍ਰਹਲਾਦ ਜੀ ਦੀ ਰੱਖਿਆ ਕੀਤੀ। ਅਨੇਕਾਂ ਵਾਰ ਪ੍ਰਹਲਾਦ ਭਗਤ ਦੀ ਸਹਾਇਤਾ ਕਰਦੇ ਹੋਏ ਪ੍ਰਭੂ ਨੇ ਮੌਤ ਦੇ ਮੂੰਹ ਵਿੱਚੋਂ ਪ੍ਰਹਲਾਦ ਭਗਤ ਨੂੰ ਬਚਾ ਲਿਆ। ਸਤਿਗੁਰੂ ਪਿਆਰੇ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੇ ਘਰ ਵਿੱਚ ਵਸਾ ਕੇ ਸੇਵਾ ਸੁਣ ਕਰਦੇ ਹੋਏ ਆਪਣਾ ਮਨੁੱਖਾ ਜਨਮ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸਰਬ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।